ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ, ਹਰ ਇੱਕ ਨੂੰ ਦੱਸਣਾ। ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸ਼ੁਕਰ ਵਾਹਿਗੁਰੂ ਜੀ ਦਾ, ਪਾਵਨ ਸ੍ਰੀ ਗੁਰਬਾਣੀ ਵਿੱਚੋਂ ਸਤਿਗੁਰੂ ਜੀ ਦੀ ਬਖਸ਼ੀ ਹੋਈ ਤੁੱਛ ਜੀ ਮਤ ਅਨੁਸਾਰ ਕਿਣਕਾ ਮਾਤਰ ਇਹ ਯਤਨ ਕਰ ਰਹੇ ਹਾਂ ਗੁਰੂ ਦੇ ਉਪਦੇਸ਼ਾਂ ਦੇ ਦੀਦਾਰ ਕਰਨ ਵਾਸਤੇ। ਸਹਿਜੇ ਸਹਿਜੇ ਗੁਰਬਾਣੀ ਦਾ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 105 ਦੇ ਉੱਪਰ ਅੰਕਿਤ ਪੰਚਮ ਪਾਤਸ਼ਾਹ ਦੇ ਬਚਨ ਨੇ। ਮਾਝ ਰਾਗ ਦੇ ਵਿੱਚ ਚੌਪਦੇ ਨੇ ਸਾਰੇ, ਚਾਰ ਚਾਰ ਪਦਿਆਂ ਦੇ ਸ਼ਬਦ ਨੇ। ਅੱਜ ਦਾ ਸ਼ਬਦ ਮਾਝ ਰਾਗ ਦਾ 36ਵਾਂ ਸ਼ਬਦ ਹੈ। ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 29ਵਾਂ, ਕਿਉਂਕਿ ਪਹਿਲੇ 7 ਚੌਪਦੇ ਜਿਹੜੇ ਸਨ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਸੀ। ਆਓ ਕਰੀਏ ਦੀਦਾਰ। ਮਾਝ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ। ਭਏ ਕਿਰਪਾਲ ਗੋਬਿੰਦ ਗੋਸਾਈ। ਜਦੋਂ ਸਾਡਾ ਸੁਭਾਅ, ਸਾਡੀ ਸੋਚ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਮੰਨਦੇ ਹਾਂ, ਗੁਰਮੁਖ ਸੁਭਾਅ ਤੇ ਗੁਰਮਤਿ ਵਾਲੀ ਸੋਚ ਬਣਨੀ ਸ਼ੁਰੂ ਹੁੰਦੀ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਵਾਹਿਗੁਰੂ ਜੀ ਕਿਰਪਾਲੂ ਨੇ, ਗੋਬਿੰਦ ਨੇ ਤੇ ਸਾਰੀ ਪ੍ਰਿਥਵੀ ਦੇ ਰੱਖਿਆ ਕਰਨ ਵਾਲੇ ਨੇ, ਗੋਸਾਈ ਮਾਲਕ ਨੇ। ਉਹਨਾਂ ਦੀ ਬਖਸ਼ਿਸ਼ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਮੇਘ ਵਰਸੈ ਸਭਨੀ ਥਾਈਂ। ਬਾਰਿਸ਼ ਹੁੰਦੀ ਨਾ, ਸਾਰੇ ਥਾਵਾਂ ਤੇ ਇੱਕੋ ਜਿਹੀ ਹੁੰਦੀ ਹੈ। ਇਸ ਯੂਨੀਵਰਸ ਦੇ ਵਿੱਚ ਜਿਤਨੇ ਜੀਵ ਜੰਤੂ, ਪਸ਼ੂ, ਜਾਨਵਰ, ਬ੍ਰਿਕਸ਼, ਬਨਸਪਤੀ, ਨਦੀਆਂ, ਨਾਲੇ, ਪਹਾੜ, ਜੋ ਕੁਛ ਵੀ ਹੈ ਉਹ ਆਪਣੀ ਆਪਣੀ ਨੇਚਰ ਵਿੱਚ ਜੀਵਨ ਜਿਉ ਰਹੇ ਨੇ। ਹਰ ਇੱਕ ਦੀ ਨੇਚਰ ਵਿੱਚੋਂ, ਹਰ ਇੱਕ ਦੇ ਜੀਵਨ ਜਿਉਣ ਦੇ ਤਰੀਕੇ ਵਿੱਚੋਂ ਵਾਹਿਗੁਰੂ ਜੀ ਦੇ ਉਪਦੇਸ਼ਾਂ ਦੀ ਝਲਕ ਹਰ ਵਾਸਤੇ ਇੱਕੋ ਜਿਹੀ ਪੈ ਰਹੀ ਹੈ। ਹਰ ਇੱਕ ਨੂੰ ਇੱਕੋ ਜਿਹੇ ਉਪਦੇਸ਼ ਮਿਲਦੇ ਨੇ। ਫਿਰ ਯੂਨੀਵਰਸ ਦੇ ਵਰਤਾਰਿਆਂ ਵਿੱਚ ਪਸ਼ੂ, ਪੰਛੀ, ਜਾਨਵਰ, ਜੀਵ ਜੰਤੂਆਂ ਦੇ ਸੁਭਾਵਾਂ ਵਿੱਚ ਰੱਬ ਦੇ ਗੁਣਾਂ ਦੀਆਂ ਝਲਕਾਂ ਨੇ। ਸਭ ਵਾਸਤੇ ਇੱਕੋ ਜਿਹੀਆਂ ਨੇ। ਪਰ ਜਿਹੜੇ ਆਪਣੇ ਸੋਚ ਨੂੰ ਸੁਧਾਰ ਲੈਂਦੇ ਨੇ, ਸੰਵਾਰ ਲੈਂਦੇ ਨੇ, ਗੁਰਮਤਿ ਵਾਲੀ ਸੋਚ, ਨਜ਼ਰੀਆ, ਦ੍ਰਿਸ਼ਟੀਕੋਣ ਬਣ ਜਾਂਦਾ ਹੈ, ਉਹ ਇਸ ਅੰਮ੍ਰਿਤਮਈ ਬਾਰਿਸ਼ ਦਾ ਆਨੰਦ ਮਾਣ ਲੈਂਦੇ ਨੇ। ਜਿਵੇਂ ਬੱਦਲ ਸਭ ਤੇ ਇੱਕੋ ਜਿਹੀ ਕਿਰਪਾ ਕਰਦਾ ਹੈ, ਸਭ ਤੇ ਇੱਕੋ ਜਿਹੀ ਬਾਰਿਸ਼ ਕਰਦਾ ਹੈ,
ਤੇ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਸਾਰਿਆਂ ਨੂੰ ਗੁਣ, ਆਪਣਾ ਨਿਜ਼ਮ, ਬਖਸ਼ਿਸ਼ਾਂ ਇੱਕੋ ਜਿਹੀਆਂ ਵੰਡਦੇ ਨੇ। ਦੀਨ ਦਇਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਦੀਨਾਂ ਤੇ ਨਿਮਾਣਿਆਂ ਤੇ ਦਇਆ ਕਰਨ ਵਾਲੇ ਵਾਹਿਗੁਰੂ ਜੀ ਸਦਾ ਹੀ ਕਿਰਪਾ ਕਰਦੇ ਨੇ, ਕਿਰਪਾਲੂ ਨੇ, ਤੇ ਉਹ ਆਪਣੇ ਪਿਆਰਿਆਂ ਦੇ ਹਿਰਦੇ ਵਿੱਚ, ਮਨ ਵਿੱਚ ਸ਼ਾਂਤੀ ਵਰਤਾ ਦਿੰਦੇ ਨੇ, ਆਨੰਦ ਰਸ ਬਖਸ਼ ਦਿੰਦੇ ਹਨ। ਆਪਣੇ ਜੀ ਜੰਤ ਪ੍ਰਤਪਾਰੇ, ਉਹਨੇ ਜਿਤਨੇ ਵੀ ਜੀਵ ਪੈਦਾ ਕੀਤੇ ਨੇ ਉਹਨਾਂ ਦੀ ਪ੍ਰਤਪਾਲਨਾ ਕਰਦੇ ਨੇ ਐਸੇ ਵਾਹਿਗੁਰੂ ਜੀ ਨੇ। ਜੀਓ ਬਾਰਿਕ ਮਾਤਾ ਸੰਭਾਰੇ, ਜਿਵੇਂ ਮਾਤਾ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ ਨਾ, ਬੱਚੇ ਦੀਆਂ ਲੋੜਾਂ ਲਈ ਜੋ ਕੁਝ ਚਾਹੀਦਾ ਉਹਦੇ ਲਈ ਹਾਜ਼ਰ ਕਰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਪਿਤਾ ਜੀ ਹਨ, ਅਸੀਂ ਉਹਨਾਂ ਦੇ ਬਾਲਕ ਹਾਂ। ਉਹ ਸਾਡੇ ਲਈ ਹਰ ਤਰ੍ਹਾਂ ਦਾ ਪ੍ਰਬੰਧ ਕਰਦੇ ਨੇ। ਜਦੋਂ ਗੁਰਮੁਖ ਸੁਭਾਅ ਹੁੰਦਾ ਹੈ, ਗੁਰਮੁਖ ਸੁਭਾਅ ਨੂੰ ਜਿਹੋ ਜੀ ਭਾਵਨਾ ਚਾਹੀਦੀ ਹੈ, ਉਹ ਭਾਵਨਾ ਵਾਹਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਸਾਡੀ ਅੰਦਰ ਰੱਖਦੇ ਨੇ, ਹਿਰਦੇ ਵਿੱਚ। ਗੁਰਮੁਖ ਸੁਭਾਅ ਵਾਸਤੇ ਜਿਸ ਤਰ੍ਹਾਂ ਦੇ ਜਜ਼ਬੇ ਚਾਹੀਦੇ ਨੇ, ਜਿਸ ਤਰ੍ਹਾਂ ਦੀ ਸੋਚ ਚਾਹੀਦੀ ਹੈ, ਉਹ ਜਜ਼ਬੇ ਸੋਚ ਕਿੱਥੋਂ ਮਿਲਣੀ ਹੈ? ਗੁਰੂ ਸਾਹਿਬ ਕੋਲੋਂ ਮਿਲਣੀ ਹੈ। ਗੁਰੂ ਸਾਹਿਬ ਨਾਲ ਪਿਆਰ, ਗੁਰੂ ਸਾਹਿਬ ਪ੍ਰਤੀ ਸ਼ਰਧਾ, ਇਹ ਸਾਰੇ ਵਰਤਾਰੇ ਵਾਹਿਗੁਰੂ ਜੀ ਇੱਦਾਂ ਵਰਤਾ ਦਿੰਦੇ ਨੇ ਜਿਵੇਂ ਇੱਕ ਮਾਂ ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਵਾਹਿਗੁਰੂ ਪਿਤਾ ਜੀ ਸਾਡੇ ਲਈ ਸਭ ਕੁਝ ਸਾਨੂੰ ਦਿੰਦੇ ਨੇ। ਦੁੱਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲ ਆਹਾਰੇ ਜੀਓ। ਦੁੱਖਾਂ ਦਾ ਨਾਸ਼ ਕਰਨ ਵਾਲੇ ਵਾਹਿਗੁਰੂ ਜੀ ਸੁੱਖਾਂ ਦੇ ਸਮੁੰਦਰ ਨੇ, ਸਾਡੀ ਆਤਮਾ ਦਾ ਆਹਾਰ, ਰੂਹਾਨੀ ਖੁਰਾਕ ਦਿੰਦੇ ਨੇ, ਹਰ ਇੱਕ ਦੇ ਲਈ ਰਿਜ਼ਕ ਦਿੰਦੇ ਨੇ। ਗੁਰਮੁਖ ਮਨ ਨੂੰ ਰੂਹਾਨੀ ਖੁਰਾਕ ਚਾਹੀਦੀ ਹੈ, ਗੁਰਮਤ ਵਾਲੀ ਸੋਚ ਨੂੰ ਰੂਹਾਨੀ ਗਿਆਨ ਚਾਹੀਦਾ ਹੈ। ਇਹ ਸਾਰਾ ਆਹਾਰ ਵਾਹਿਗੁਰੂ ਸੱਚੇ ਪਾਤਸ਼ਾਹ ਵਿਧੀਆਂ ਬਣਾਉਂਦੇ ਨੇ ਤੇ ਸਾਨੂੰ ਦਿੰਦੇ ਨੇ। ਜਲ ਥਲ ਪੂਰ ਰਹਿਆ ਮਿਹਰਬਾਨਾ, ਜਲ ਥਲ ਇਸ਼ਾਰਾ ਹੈ, ਯਾਨੀ ਹਰ ਥਾਂ ਤੇ, ਹਰ ਥਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰਬਾਨ ਨੇ। ਉਹਨਾਂ ਦੀਆਂ ਬਖਸ਼ਿਸ਼ਾਂ ਦੇ ਖਜ਼ਾਨੇ ਹਰ ਥਾਂ ਤੇ ਪਏ ਨੇ। ਸਦ ਬਲਿਹਾਰ ਜਾਈਏ ਕੁਰਬਾਨਾ, ਆਪਣੇ ਵਾਹਿਗੁਰੂ ਜੀ ਤੋਂ, ਵਾਹਿਗੁਰੂ ਪਿਤਾ ਜੀ ਤੋਂ ਸਦਾ ਕੁਰਬਾਨ ਜਾਈਏ, ਸਦਾ ਬਲਿਹਾਰ ਜਾਣਾ ਚਾਹੀਏ, ਸਮਰਪਿਤ ਹੋਣਾ ਹੈ ਵਾਹਿਗੁਰੂ ਜੀ ਦੇ ਨਿਯਮਾਂ ਨੂੰ, ਵਾਹਿਗੁਰੂ ਜੀ ਦੇ ਗੁਣਾਂ ਨੂੰ। ਰਹਿਣ ਦਿਨ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲ ਉਧਾਰੇ ਜੀਓ। ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਕਤੀ ਐਸੀ ਹੈ, ਉਹ ਗੁਰੂ ਦਾ ਉਪਦੇਸ਼ ਬਣ ਕੇ, ਇੱਕ ਤੀਰ ਬਣ ਕੇ ਮਨੁੱਖ ਦੇ ਮਨ ਨੂੰ ਜਦੋਂ ਲੂਣਾ ਦਿੰਦੀ ਹੈ ਨਾ, 1 ਸੈਕਿੰਡ ਵਿੱਚ ਮਨ ਬਦਲ ਜਾਂਦਾ ਹੈ। ਵਾਹਿਗੁਰੂ ਉਹਨੂੰ ਅਸੀਂ ਕਹਿੰਦੇ ਚੰਗਾ ਲੱਗਿਆ ਮਨ ਨੂੰ, ਅਸੀਂ ਕਹਿੰਦੇ ਮਨ ਮੰਨਣ ਤੁਰ ਪਿਆ। ਸ਼ਬਦਾਵਲੀ ਵਰਤੀ ਗਈ ਹੈ ਕਿ ਤੀਰ ਵੱਜਦਾ ਹੈ, ਇੱਕ ਛਿਨ ਦੇ ਵਿੱਚ ਉਹਦਾ ਉਧਾਰ ਹੋ ਜਾਂਦਾ ਹੈ। ਐਸੇ ਵਾਹਿਗੁਰੂ ਜੀ ਨੂੰ ਰਹਿਣ ਦਿਨ ਤਿਸ ਸਦਾ ਧਿਆਈ, ਦਿਨ ਰਾਤ ਹਰ ਵੇਲੇ ਧਿਆਨ ਵਾਹਿਗੁਰੂ ਜੀ ਵੱਲ ਹੋਵੇ। ਵਾਹਿਗੁਰੂ ਜੀ ਦੇ ਗੁਣਾਂ ਨੂੰ ਪ੍ਰੈਕਟੀਕਲ ਜੀਵਨ ਵਿੱਚ ਵਰਤਣਾ ਹੈ, ਗੁਣਾਂ ਵਾਲਾ ਪਰਉਪਕਾਰੀ ਜੀਵਨ ਜਿਉਣਾ ਹੈ। ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਨੂੰ ਆਪਣੀ ਸੋਚ ਤੇ ਸੁਭਾਅ ਤੇ ਲਾਗੂ ਕਰਨਾ ਹੈ, ਵਰਤੋਂ ਵਿਵਹਾਰ ਤੇ ਲਾਗੂ ਕਰਨਾ ਹੈ। ਰੱਬ ਦੇ ਭੈ ਵਿੱਚ ਫੈਸਲੇ ਲੈਣੇ ਨੇ, ਜ਼ਿੰਦਗੀ 'ਚ ਪ੍ਰੈਕਟੀਕਲ ਧਿਆਉਣਾ ਹੈ ਹਰ ਵੇਲੇ। ਰਾਖ ਲੀਏ ਸਗਲੇ ਪ੍ਰਭ ਆਪੇ, ਵਾਹਿਗੁਰੂ ਸੱਚੇ ਪਾਤਸ਼ਾਹ ਫਿਰ ਆਪ ਹੀ ਪਿਆਰਿਆਂ ਤੇ ਕਿਰਪਾ ਕਰਦੇ ਨੇ। ਉਹਨਾਂ ਨੂੰ ਬੁਰੀਆਂ ਆਦਤਾਂ ਤੋਂ ਬਖਸ਼ਿਸ਼ਾਂ, ਵਾਹਿਗੁਰੂ ਕੁਸੰਗੀ ਪ੍ਰਵਿਰਤੀਆਂ ਤੋਂ, ਪਸ਼ੂ ਪ੍ਰਵਿਰਤੀਆਂ ਤੋਂ, ਵਿਕਾਰੀ ਪ੍ਰਵਿਰਤੀਆਂ ਤੋਂ ਵਾਹਿਗੁਰੂ ਜੀ ਬਚਾ ਲੈਂਦੇ ਨੇ। ਉਤਰ ਗਏ ਸਭ ਸੋਗ ਸੰਤਾਪੇ, ਅੰਦਰ ਫਿਰ ਨਾ ਦੁੱਖ ਪੀੜਾ ਸੰਤਾਪ, ਅੰਦਰ ਕਲਾ ਕਲੇਸ਼ ਨਹੀਂ ਹੁੰਦਾ। ਅੰਦਰਲਾ ਕਲਾ ਕਲੇਸ਼ ਇੱਕ ਬੜਾ ਕਮਾਲ ਦਾ ਹੈ। ਜ਼ਮੀਰ ਕੁਛ ਹੋਰ ਕਹਿੰਦੀ ਹੈ, ਮਨ ਕੁਛ ਹੋਰ ਕਹਿੰਦਾ ਹੈ, ਇਹ ਕਲਾ ਕਲੇਸ਼ ਚੱਲ ਰਿਹਾ ਹੈ।
ਜ਼ਮੀਰ ਹਮੇਸ਼ਾ ਰੱਬ ਦੀ ਆਵਾਜ਼ ਅਨੁਸਾਰ ਹੁੰਦੀ ਹੈ, ਮਨ ਹਮੇਸ਼ਾ ਦੁਨਿਆਵੀ ਬਿਰਤੀਆਂ ਅਨੁਸਾਰ ਹੁੰਦਾ ਹੈ। ਇਹ ਕਲੇਸ਼ ਚੱਲਦਾ ਹੈ, ਮਨ ਮੰਨਦਾ ਨਹੀਂ ਹੈ, ਸੁਣਦਾ ਨਹੀਂ ਹੈ, ਇਗਨੋਰ ਕਰਦਾ ਹੈ। ਜਦੋਂ ਗੁਰੂ ਦੇ ਉਪਦੇਸ਼ਾਂ ਦੀ ਚੋਟ ਵੱਜ ਜਾਵੇ, ਗੁਰੂ ਦੇ ਅਣਿਆਲੇ ਤੀਰ ਵੱਜਣ, ਮਨ ਦੁਨਿਆਵੀ ਬਿਰਤੀ ਤੋਂ ਪਲਟ ਜਾਂਦਾ ਹੈ। ਫਿਰ ਅਧਿਆਤਮਿਕ ਰਸਤੇ ਤੇ, ਰੱਬੀ ਮਾਰਗ ਤੇ, ਗੁਰੂ ਦੇ ਮਾਰਗ ਤੇ ਤੁਰਦਾ ਹੈ। ਉਹ ਕਲੇਸ਼ ਵੀ ਮੁੱਕ ਜਾਂਦਾ ਹੈ, ਅੰਦਰੋਂ ਚਿੰਤਾ ਮੁੱਕ ਜਾਂਦੀ ਹੈ। ਆਖੋ ਵਾਹਿਗੁਰੂ। ਚਿੰਤਾ ਇਹ ਮਨ ਸਹੇੜਦਾ ਹੈ ਜਦੋਂ ਇਹ ਗੁਰੂ ਦੀ, ਰੱਬ ਦੀ ਆਵਾਜ਼ ਤੋਂ, ਜ਼ਮੀਰ ਦੀ ਆਵਾਜ਼ ਤੋਂ ਉਲਟ ਜਾਂਦਾ ਹੈ। ਨਾਮ ਜਪਤ ਮਨ ਤਨ ਹਰਿਆਵਲ, ਰੱਬ ਨਾਨਕ ਨਦਰ ਨਿਹਾਰੇ ਜੀਓ। ਨਾਮ ਜਪਤ, ਨਾਮ ਜਪ ਕੇ ਮਨ ਤੇ ਤਨ ਹਰਿਆ ਹੋ ਜਾਂਦਾ ਹੈ। ਗਿਆਨ ਰੂਪੀ ਨਾਮ ਨੂੰ ਜਪਣਾ ਕੀ ਹੈ? ਗਿਆਨ ਰੂਪੀ ਨਾਮ ਕੀ ਹੈ? ਰੱਬੀ ਉਪਦੇਸ਼। ਰੱਬੀ ਉਪਦੇਸ਼ ਹਰ ਵਰਤਾਰੇ ਵਿੱਚ ਪਏ ਨੇ। ਹਰ ਜੀਵ ਜੰਤੂ ਦੇ ਸੁਭਾਅ ਵਿੱਚ ਰੱਬ ਦੇ ਉਪਦੇਸ਼ ਨੇ। ਕੋਈ ਨਾ ਕੋਈ ਉਪਦੇਸ਼ ਜ਼ਰੂਰ ਮਿਲਦਾ ਹੈ। ਉਹ ਉਪਦੇਸ਼ ਸੌਖੇ ਸਮਝ ਆਉਂਦੇ ਨੇ। ਗੁਰਬਾਣੀ ਵਿੱਚ ਗੁਰੂ ਦੇ ਉਪਦੇਸ਼ ਰੱਬੀ ਉਪਦੇਸ਼ ਨੇ। ਇਹਨੂੰ ਜ਼ਿੰਦਗੀ 'ਚ ਮੰਨਣਾ ਤੇ ਗੁਰੂ ਦੇ ਉਪਦੇਸ਼ ਅਨੁਸਾਰ ਜ਼ਿੰਦਗੀ ਜਿਉਣੀ, ਇਹ ਗਿਆਨ ਰੂਪੀ ਨਾਮ ਨੂੰ ਜਪਣਾ ਹੈ। ਧਿਆਨ ਰੂਪੀ ਨਾਮ ਦਾਤਾਂ ਵਰਤਣੀਆਂ ਨੇ, ਚੇਤੇ ਰੱਖਣਾ ਦਾਤੇ ਦੀਆਂ ਦਾਤਾਂ ਨੇ, ਤੇ ਦਾਤੇ ਦੀ ਮਿੱਠੀ ਮਿੱਠੀ ਯਾਦ, ਸਿਮਰਨ ਰਸ, ਇਸ ਰਸ ਵਿੱਚ ਜਿਉਣਾ ਹੈ। ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਫੈਸਲੇ ਲੈਣੇ ਨੇ। ਇਹ ਧਿਆਨ ਰੂਪੀ ਨਾਮ ਨੂੰ ਜਪਣਾ ਹੈ। ਸ਼ੁਕਰਾਨੇ ਦੀ ਭਾਵਨਾ ਵਿੱਚ ਜਿਉਣਾ ਹੈ। ਮਨ ਤੇ ਤਨ ਆਨੰਦ ਵਿੱਚ ਰਹਿੰਦਾ ਹੈ, ਹਰਿਆਵਲ ਖਿੜਿਆ ਰਹਿੰਦਾ ਹੈ, ਸੈਟਿਸਫਾਈਡ ਰਹਿੰਦਾ ਹੈ। ਅੰਦਰ ਇੱਕ ਆਨੰਦ ਬਣਿਆ ਹੋਇਆ ਹੈ। ਇਹੋ ਹੀ ਨਿਸ਼ਾਨੀ ਹੈ ਕਿ ਵਾਹਿਗੁਰੂ ਜੀ ਨੇ ਨਜ਼ਰ ਕਰ ਦਿੱਤੀ ਹੈ। ਵਾਹਿਗੁਰੂ ਜੀ ਖੁਸ਼ ਹੋ ਗਏ ਨੇ। ਨਾਨਕ ਨਦਰ ਨਿਹਾਰੇ ਜੀਓ। ਪ੍ਰਭੂ ਦੀ ਨਜ਼ਰ ਵਿੱਚ, ਵਾਹਿਗੁਰੂ ਜੀ ਦੀ ਨਜ਼ਰ ਵਿੱਚ, ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦਾ ਹੈ। ਐਸਾ ਸੁਭਾਅ, ਐਸੀ ਸੋਚ। ਮਾਝ ਮਹੱਲਾ ਪੰਜਵਾਂ, ਮਾਝ ਰਾਗ ਦਾ ਅਗਲਾ 37ਵਾਂ ਸ਼ਬਦ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 30ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ। ਜਿੱਥੇ ਪਿਆਰੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ, ਜਿੱਥੇ ਮਨੁੱਖ ਗੁਰੂ ਦੇ ਉਪਦੇਸ਼ਾਂ ਅਨੁਸਾਰ, ਰੱਬੀ ਉਪਦੇਸ਼ ਅਨੁਸਾਰ ਪ੍ਰੈਕਟੀਕਲ ਜੀਵਨ ਜਿਉਂਦੇ ਨੇ, ਉਹਨਾਂ ਦੇ ਸੁਭਾਅ ਵਿੱਚ ਗੁਰੂ ਦੇ ਉਪਦੇਸ਼ ਹੁੰਦੇ ਨੇ। ਉਹਨਾਂ ਦਾ ਸੁਭਾਅ ਗੁਰੂ ਦੇ ਉਪਦੇਸ਼ਾਂ ਦੇ ਉਲਟ ਨਹੀਂ ਹੁੰਦਾ। ਉਹਨਾਂ ਦੀ ਸੋਚ ਗੁਰੂ ਦੀ ਸੋਚ ਦੇ ਉਲਟ ਨਹੀਂ ਹੁੰਦੀ। ਮਨਮੁਖਤਾਈ ਵਾਲਾ ਜੀਵਨ ਨਹੀਂ ਹੁੰਦਾ, ਗੁਰਮੁਖ ਸੁਭਾਅ ਵਾਲਾ ਹੁੰਦਾ। ਜਿੱਥੇ ਐਸੇ ਪਿਆਰੇ ਜੀਵਨ ਜਿਉਂਦੇ ਨੇ, ਬੈਠ ਕੇ ਵਿਚਾਰਾਂ ਕਰਦੇ ਨੇ, ਸੇ ਅਸਥਲ ਸੋਇਨ ਚੌਬਾਰੇ। ਇਹ ਸਿੰਬੋਲਿਕ ਸ਼ਬਦ ਹੁੰਦੇ ਨੇ। ਇਸ ਤਰ੍ਹਾਂ ਦੇ ਜਿੱਥੇ ਸ਼ਬਦ ਵਰਤੇ ਜਾਂਦੇ, ਪਹਿਲਾਂ ਉਹਦੇ ਅਰਥ ਸਮਝਣੇ ਨੇ, ਫਿਰ ਉਹਦੀ ਰਮਜ਼ ਸਮਝਣੀ ਹੈ, ਕਿਉਂਕਿ ਸੰਦਰਭ ਬਹੁਤ ਜ਼ਰੂਰੀ ਹੈ ਕਿ ਇਸ ਸੰਦਰਭ ਵਿੱਚ ਉਚਾਰਿਆ ਗਿਆ। ਉਹਦਾ ਇੱਕ ਮਕਸਦ ਹੁੰਦਾ ਹੈ, ਪਰਪਸ ਹੁੰਦਾ ਹੈ। ਅਸਥਿਲ ਹੁੰਦਾ ਹੈ ਰੜਾ ਸਥਾਨ, ਧਰਤੀ ਤੇ ਬੈਠ ਜਾਣਾ। ਕੋਈ ਵੀ ਉੱਥੇ ਉਸਾਰੀ ਨਹੀਂ, ਕੋਈ ਘਰ ਨਹੀਂ ਬਣਿਆ ਹੋਇਆ, ਕੋਈ ਝੌਂਪੜੀ ਨਹੀਂ ਬਣੀ ਹੋਈ, ਰੜਾ ਪੱਧਰਾ ਮੈਦਾਨ ਹੈ। ਦੂਸਰੇ ਪਾਸੇ ਉੱਚੇ ਚੁਬਾਰੇ, ਸੋਨੇ ਨਾਲ ਜੜੇ ਹੋਏ ਚੁਬਾਰੇ, ਬਹੁਤ ਅਮੀਰੀ ਦੇ, ਅਮੀਰ ਪਰਿਵਾਰ ਦਾ ਕੋਈ ਚੁਬਾਰਾ। ਸਤਿਗੁਰੂ ਦੋਨਾਂ ਨੂੰ ਕੰਪੇਅਰ ਕਰ ਰਹੇ ਨੇ ਕਿ ਮਨੁੱਖ ਦੇ ਅੰਦਰ ਇੱਕ ਖਿੱਚ ਹੈ ਕਿ ਮੇਰੇ ਕੋਲੇ ਅਮੀਰੀ ਹੋਵੇ, ਅਮੀਰੀ ਪ੍ਰਭਾਵ ਵਾਲਾ ਮੇਰਾ ਘਰ ਹੋਵੇ, ਉਹਦਾ ਚੁਬਾਰਾ ਹੋਵੇ, ਸੋਨੇ ਨਾਲ ਜੜਿਆ ਹੋਵੇ। ਇੱਕ ਇਹ ਖਿੱਚ ਹੈ। ਇਸ ਖਿੱਚ ਦੇ ਵਿੱਚ ਵੱਧ ਤੋਂ ਵੱਧ ਪੈਸਾ ਹੋਵੇ, ਵੱਧ ਤੋਂ ਵੱਧ ਪ੍ਰਾਪਰਟੀ ਹੋਵੇ, ਸਾਰੀ ਜ਼ਿੰਦਗੀ ਦੀ ਸਾਰੀ એનર્ਜੀ ਮਨੁੱਖ ਇਹਦਾ ਲਾ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਇਸ ਤੋਂ ਕਿਤੇ ਕੀਮਤੀ ਹੈ ਜੇ ਇਹੀ એનર્ਜੀ ਤੇਰੀ ਇਸ ਪਾਸੇ ਹੋਵੇ ਕਿ ਗੁਰੂ ਦੇ ਹੁਕਮ ਅਨੁਸਾਰ ਮੇਰਾ ਸੁਭਾਅ ਕੀਮਤੀ ਹੋਵੇ, ਮੇਰੀ ਸੋਚ ਕੀਮਤੀ ਹੋਵੇ।
ਗੁਰੂ ਦੇ ਉਪਦੇਸ਼ ਸਾਡੇ ਘਰ ਵਿੱਚ ਵਰਤਦੇ ਹੋਣ ਤੇ ਸਾਡੇ ਘਰ ਦਾ ਮਾਹੌਲ ਏਕਤਾ ਇਤਫਾਕ ਵਾਲਾ ਹੋਵੇ। ਪਤੀ ਪਤਨੀ ਪਰਿਵਾਰਕ ਮੈਂਬਰ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣ, ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ, ਘਰ ਵਿੱਚ ਏਕਤਾ ਇਤਫਾਕ ਹੋਵੇ। ਕੋਈ ਮਾਇਨੇ ਨਹੀਂ ਰੱਖਦਾ ਉੱਥੇ ਭਾਵੇਂ ਗਰੀਬੀ ਹੋਵੇ, ਭਾਵੇਂ ਉਹ ਰੜਿਆ ਪੱਧਰਾ ਮੈਦਾਨ ਹੈ, ਉਹ ਵੀ ਇੱਕ ਸੋਨੇ ਦੇ ਚੁਬਾਰੇ ਵਾਂਗੂ ਕੀਮਤੀ ਹੈ। ਆਖੋ ਵਾਹਿਗੁਰੂ। ਇਸ ਵਿੱਚ ਰਮਜ਼ ਕੀ ਹੈ? ਸਾਡੀ ਖਿੱਚ, ਜਿੰਨੀ ਖਿੱਚ ਇਸ ਪਾਸੇ ਲੱਗੀ ਹੋਈ ਹੈ, ਬਹੁਤ ਸਾਰੀ ਪ੍ਰਾਪਰਟੀ ਹੋਵੇ, ਬਹੁਤ ਸਾਰਾ ਪੈਸਾ ਹੋਵੇ, ਜੇ ਉਹੀ ਖਿੱਚ ਇਸ ਪਾਸੇ ਹੁੰਦੀ ਕਿ ਘਰ ਦਾ ਮਾਹੌਲ ਏਕਤਾ ਵਾਲਾ ਹੋਵੇ, ਸੁਭਾਅ ਕੀਮਤੀ ਹੋਣ, ਸੋਚ ਕੀਮਤੀ ਹੋਵੇ, ਤਾਂ ਫਿਰ ਗੁਰੂ ਤੋਂ ਸਿੱਖਣ ਵਾਸਤੇ ਇਹਨੂੰ ਫਸਟ ਪ੍ਰਾਇੋਰਟੀ ਤੇ ਰੱਖਦਾ ਕਿ ਗੁਰੂ ਤੋਂ ਸਿੱਖਣਾ ਹੈ। ਆਖੋ ਵਾਹਿਗੁਰੂ। ਸ਼ੁਕਰ ਵਾਹਿਗੁਰੂ ਜੀ ਦਾ, ਜਿਹੜੇ ਇੱਥੋਂ ਤੱਕ ਪਹੁੰਚ ਗਏ ਨੇ, ਉਹਨਾਂ ਦੇ ਅੰਦਰ ਖਿੱਚ ਬਣ ਗਈ ਹੈ। ਅਸੀਂ ਅੱਧਾ ਘੰਟਾ ਗੁਰੂ ਦੇ ਉਪਦੇਸ਼ ਸਿੱਖਣ ਵਾਸਤੇ ਵੀ ਕੱਢਦੇ ਹੋ, ਤੁਹਾਡੇ ਅੰਦਰ ਖਿੱਚ ਵੀ ਹੈ, ਤੁਹਾਡੇ ਅੰਦਰ ਉਡੀਕ ਵੀ ਹੈ, ਅਗਲਾ ਐਪੀਸੋਡ ਕਦੋਂ ਆਵੇ, ਕਦੋਂ ਆਨੰਦ ਮਾਣੀਏ, ਇਹ ਸਭ ਤੋਂ ਕੀਮਤੀ ਹੈ। ਆਖੋ ਵਾਹਿਗੁਰੂ। ਬਾਕੀ ਠੀਕ ਹੈ, ਜ਼ਿੰਦਗੀ ਦੀਆਂ ਲੋੜਾਂ ਲਈ ਪੈਸਾ ਕਮਾਉਣਾ ਹੈ, ਪਰ ਦੇਖਿਓ ਕਿਤੇ ਪੈਸੇ ਪਿੱਛੇ ਸਾਰੀ ਜ਼ਿੰਦਗੀ ਨਾ ਲਾ ਬੈਠਿਓ। ਪ੍ਰਾਪਰਟੀ ਬਣਾਉਣੀ ਹੈ, ਲੋੜਾਂ ਮੁਤਾਬਕ ਚਾਦਰ ਦੇਖ ਕੇ ਪੈਰ ਪਸਾਰਨੇ ਨੇ, ਕਿਤੇ ਪ੍ਰਾਪਰਟੀ ਬਣਾਉਣ ਲੱਗਿਆਂ ਘਰ 'ਚੋਂ ਬਹੁਤਾ ਕੁਛ ਨਾ ਗਵਾ ਬੈਠਿਓ। ਆਖੋ ਵਾਹਿਗੁਰੂ। ਇਸ ਤਰ੍ਹਾਂ ਦੀ ਅਮੀਰੀ ਸੋਨੇ ਦੇ ਚੁਬਾਰਿਆਂ ਨਾਲੋਂ ਤੇ ਰੜਾ ਮੈਦਾਨ ਚੰਗਾ ਹੈ। ਆਖੋ ਤੇ ਅਸਤਲ ਸੋਇਨ ਚੁਬਾਰੇ ਜੀ, ਉਹ ਸੋਨੇ ਦੇ ਚੁਬਾਰਿਆਂ ਵਰਗਾ ਹੈ। ਆਖੋ ਜਿੱਥੈ ਨਾਮ ਜਪੀਐ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀਓ। ਵਾਹਿਗੁਰੂ ਮਾਫ ਕਰਨਾ, ਦੁਬਾਰੇ ਪੜ੍ਹੀਏ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀਓ। ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਜੀਵਨ ਗੁਰੂ ਦੇ ਉਪਦੇਸ਼ਾਂ ਅਨੁਸਾਰ ਨਹੀਂ, ਲੋਕਾਂ ਦੇ ਸੁਭਾਅ ਤੇ ਸੋਚ ਗੁਰੂ ਦੇ ਉਪਦੇਸ਼ ਦੇ ਉਲਟ ਹੈ। ਗੁਰੂ ਸਾਹਿਬ ਜਿਸ ਕੰਮ ਤੋਂ ਰੋਕਦੇ ਨੇ, ਉਸ ਕੰਮਾਂ ਦੀ ਸੁਭਾਅ ਸੋਚ ਵਿੱਚ ਆਦਤਾਂ ਬੈਠੀਆਂ ਨੇ। ਜਿਹੜੇ ਕੰਮ ਕਰਨ ਨੂੰ ਕਹਿੰਦੇ ਨੇ ਗੁਰੂ ਸਾਹਿਬ, ਉਹ ਇਹਨਾਂ ਦੀ ਸੋਚ ਸੁਭਾਅ ਵਿੱਚ ਨਹੀਂ ਆਇਆ, ਤਾਂ ਉਹ ਜਿਹੜਾ ਸ਼ਹਿਰ ਹੈ ਨਾ, ਇੱਕ ਉਜਾੜ ਹੈ। ਕੀ ਮਾਇਨੇ ਰੱਖਦਾ ਉਹ ਸ਼ਹਿਰ ਜਿੱਥੇ ਰਹਿਣ ਵਾਲਿਆਂ ਦੇ ਸੋਚ ਸੁਭਾਅ ਰੱਬੀ ਉਪਦੇਸ਼ ਅਨੁਸਾਰ ਨਹੀਂ ਹੈ, ਜਿੱਥੇ ਫੈਸਲਾ ਲੈਣ ਵਾਲਿਆਂ ਦੇ ਅੰਦਰ ਰੱਬ ਦਾ ਭੈ ਹੀ ਕੋਈ ਨਹੀਂ ਹੈ, ਜਿਹੜੇ ਰੱਬ ਦੀ ਯਾਦ ਦੇ ਵਿੱਚ ਦਾਤਾ ਨੂੰ ਵਰਤਦੇ ਨੇ, ਦਾਤੇ ਦੀ ਯਾਦ ਭੁਲਾਈ ਬੈਠੇ ਨੇ, ਉਹ ਨਾਮ ਨਹੀਂ ਜਪਿਆ ਜਾ ਰਿਹਾ, ਉਹ ਸ਼ਹਿਰ ਉਜੜੇ ਹੋਏ ਨੇ। ਆਖੋ ਵਾਹਿਗੁਰੂ। ਸ਼ਹਿਰ ਇਹ ਸਰੀਰ ਵੀ ਹੈ, ਜੀਵਨ ਵੀ ਹੈ। ਅੱਖਾਂ, ਕੰਨ ਗੁਰੂ ਦੇ ਉਪਦੇਸ਼ ਅਨੁਸਾਰ ਨਹੀਂ ਚੱਲ ਰਹੇ। ਗੁਰੂ ਕਹਿੰਦੇ ਨੇ ਨਿੰਦਾ ਨਹੀਂ ਚਾਹੀਦੀ, ਮੂਰਖ ਕਰਦੇ ਨੇ, ਕੰਨਾਂ ਦੇ ਅੰਦਰ ਆਦਤ ਬੈਠੀ ਹੈ। ਗੁਰੂ ਸਾਹਿਬ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਜ਼ੁਬਾਨ ਦੇ ਅੰਦਰ ਨਿੰਦਾ ਕਰਨ ਦਾ ਰਸ ਬੈਠਾ ਹੈ। ਆ ਜਿਹੜਾ ਜੀਵਨ ਹੈ ਨਾ, ਸਰੀਰ ਰੂਪੀ ਸ਼ਹਿਰ, ਇਹ ਵੀ ਉਜੜਿਆ ਹੋਇਆ। ਆਖੋ ਵਾਹਿਗੁਰੂ। ਸਤਿਗੁਰੂ ਜੀ ਹਲੂਣੇ ਦੇ ਰਹੇ ਨੇ, ਉਦਾਹਰਨਾਂ ਵਰਤ ਕੇ। ਸ਼ਬਦ ਦੁਨਿਆਵੀ ਵਰਤਦੇ ਨੇ, ਜਿਹੜੇ ਸੀਨ ਅਸੀਂ ਦੇਖਦੇ ਹਾਂ, ਉਹ ਸੀਨ ਸਾਡੇ ਸਾਹਮਣੇ ਪੇਸ਼ ਕਰਦੇ ਨੇ, ਤੇ ਰਮਜ਼ਾਂ ਰੱਬੀ ਮਾਰਗ ਦੀਆਂ ਦਿੰਦੇ ਨੇ। ਆਖੋ ਵਾਹਿਗੁਰੂ। ਹਰ ਰੁੱਖੀ ਰੋਟੀ ਖਾਏ ਸੰਭਾਲੇ, ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲਦੇ ਨੇ, ਗਿਆਨ ਰੂਪੀ ਨਾਮ ਨੂੰ ਪ੍ਰੈਕਟੀਕਲ ਜਿਉਂਦੇ ਨੇ, ਗਿਆਨ ਰੂਪੀ ਨਾਮ ਨੂੰ ਆਪਣੀ ਯਾਦ ਸ਼ਕਤੀ ਦੇ ਵਿੱਚ, ਚੇਤਾ ਸ਼ਕਤੀ ਵਿੱਚ, ਆਪਣੇ ਫੀਲਿੰਗ ਲੈਵਲ ਤੇ, ਰਿਲਾਈਜੇਸ਼ਨ ਲੈਵਲ ਤੇ, ਰਿਲਾਈਜ਼ ਕਰਨ ਵਾਲੇ ਤਲ ਤੇ, ਜਿਹੜੇ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਜਿਉਂਦੇ ਨੇ, ਉਹ ਸਬਰ ਸੰਤੋਖ ਦੇ ਵਿੱਚ ਉਹਨਾਂ ਦਾ ਸਾਦਾ ਖਾਣਾ ਵੀ ਕੀਮਤੀ ਹੈ। ਆਖੋ ਵਾਹਿਗੁਰੂ।
ਇੱਥੇ ਰੁੱਖੀ ਰੋਟੀ ਇਸ਼ਾਰਾ ਹੈ ਇਮਾਨਦਾਰੀ ਦੀ ਕਿਰਤ। ਉਹ ਇਮਾਨਦਾਰੀ ਦੀ ਕਿਰਤ ਕਰਦੇ ਨੇ। ਉਹ ਲੋਭ ਦੇ ਪਿੱਛੇ ਲੱਗ ਕੇ ਬਹੁਤਾ ਕਮਾ ਲਈਏ, ਬਹੁਤਾ ਬਣਾ ਲਈਏ, ਐਸੀ ਉਲਝਣ ਤਾਣੀ ਵਿੱਚ ਨਹੀਂ ਉਲਝਦੇ। ਆਖੋ ਵਾਹਿਗੁਰੂ। ਹਰ ਅੰਤਰ ਬਾਹਰ ਨਦਰ ਨਿਹਾਲੇ। ਉਹ ਵਾਹਿਗੁਰੂ ਜੀ ਨੂੰ ਅੰਤਰ ਬਾਹਰ ਦੇ ਭਾਵ ਹਰ ਥਾਂ ਤੇ ਹਾਜ਼ਰ ਨਾਜ਼ਰ ਮਹਿਸੂਸ ਕਰਦੇ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਹਰ ਥਾਂ ਤੇ ਉਹਦੇ ਵਰਤਾਰਿਆਂ ਵਿੱਚੋਂ ਦੇਖਦੇ ਨੇ। ਆਖੋ ਵਾਹਿਗੁਰੂ। ਤੇ ਜਿਹੜੇ ਰੱਬ ਨੂੰ ਭੁਲਾ ਜਾਂਦੇ ਨੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਬਿਸ਼ੂ ਕੀ ਵਾੜੀ ਜੀਓ। ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਮਾਣਦੇ ਨੇ, ਰੱਬ ਦੇ ਦਿੱਤੇ ਰਿਜ਼ਕ ਨੂੰ ਖਾਂਦੇ ਨੇ। ਬਦ ਫੈਲੀ ਬੁਰੀਆਂ ਆਦਤਾਂ ਵਿੱਚ ਬੁਰੇ ਕਰਮ ਕਰਦੇ ਨੇ। ਜਾਨ ਬਿਸ਼ੂ ਕੀ ਵਾੜੀ ਜੀਓ, ਵਿਸ਼ ਜ਼ਹਿਰ ਵਾੜੀ ਬਗੀਚੀ। ਬੇਕਾਰਾਂ ਦੇ ਰਸ ਦੀ, ਕੁਸੰਗੀਆਂ ਦੇ ਪੈਦਾ ਕੀਤੇ ਰਸ, ਕੁਸੰਗ ਵਿੱਚੋਂ ਜਿਹੜੇ ਰਸਾਂ ਨੂੰ ਮਨ ਚੰਗੇ ਸਮਝਦਾ ਹੈ, ਉਹ ਜ਼ਹਿਰ ਦੀ ਬਗੀਚੀ ਹੈ। ਆਖੋ ਵਾਹਿਗੁਰੂ। ਉਹ ਕੁਸੰਗੀਆਂ ਦੇ ਰਸ ਵਿੱਚ, ਕੁਸੰਗ ਦੇ ਰਸਾਂ ਦੀ ਜ਼ਹਿਰ ਭਰੀ ਬਗੀਚੀ ਵਿੱਚ ਉਲਝ ਜਾਂਦੇ ਨੇ। ਆਖੋ ਉਹ ਗੁਰਮੁਖ ਨਹੀਂ ਹੁੰਦੇ, ਉਹ ਗੁਰੂ ਦੇ ਪਿਆਰੇ ਸਿੱਖ ਨਹੀਂ ਬਣਦੇ, ਉਹ ਮਨਮੁਖ ਜੀਵਨ ਜਿਉਂਦੇ ਨੇ। ਸੰਤਾਂ ਸੇਤੀ ਰੰਗ ਨਾ ਲਾਏ। ਗੁਰੂ ਦੇ ਮਾਰਗ ਤੇ ਤੁਰਨ ਵਾਲੇ, ਗੁਰੂ ਦੇ ਉਪਦੇਸ਼ ਨੂੰ ਮੰਨਣ ਵਾਲੇ, ਇੱਥੇ ਸੰਤਾਂ ਦਾ ਅਰਥ ਗੁਰਸਿੱਖ ਹੈ। ਤੇ ਗੁਰਸਿੱਖਾਂ ਦੇ ਨਾਲ ਉਹਨਾਂ ਦਾ ਪਿਆਰ ਨਹੀਂ ਬਣਦਾ। ਉਹ ਕਿਹਨਾਂ ਨਾਲ ਉਹਨਾਂ ਦਾ ਉੱਠਣੀ ਬੈਠਣੀ ਸਾਥ ਸੰਗ ਕਿਹਨਾਂ ਨਾਲ ਹੁੰਦਾ ਹੈ? ਸਾਕਤ ਸੰਗ ਬੇਕਰਮ ਕਮਾਏ। ਜਿਹੜੇ ਗੁਰਮਤ ਤੋਂ ਟੁੱਟੇ ਹੋਏ, ਸਾਕਤ ਗੁਰਸਿੱਖੀ ਤੋਂ ਟੁੱਟੇ ਹੋਏ, ਰੱਬ ਤੋਂ ਟੁੱਟੇ ਹੋਏ, ਖੋਟੇ ਕਰਮ ਕਰਦੇ ਨੇ, ਲੋਭ ਲਾਲਚ ਦੇ ਵਿੱਚ ਗਲਤ ਤਰੀਕੇ ਨਾਲ ਪੈਸਾ ਕਮਾਉਂਦੇ ਨੇ, ਹੰਕਾਰ ਦੇ ਵਿੱਚ ਦੂਸਰਿਆਂ ਦੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰਕੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਲੋਭ ਲਾਲਚ ਦੇ ਵਿੱਚ ਦੂਸਰਿਆਂ ਦਾ ਖੂਨ ਚੂਸਦੇ ਨੇ। ਇਹੋ ਜਿਹੇ ਲੋਕਾਂ ਨਾਲ ਉਹ ਸੰਗ ਕਰਦੇ ਨੇ। ਆਖੋ ਵਾਹਿਗੁਰੂ। ਕਿਉਂ? ਰੱਬ ਚੇਤੇ ਨਹੀਂ। ਦੁਰਲਭ ਦੇਹ ਹੋਈ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਓ। ਇਹ ਜੀਵਨ, ਦੇਹ ਦੇ ਅਰਥ ਇੱਥੇ ਜੀਵਨ ਹੈ, ਮਨੁੱਖਾ ਜੀਵਨ ਦੁਰਲਭ, ਬੜਾ ਕੀਮਤੀ ਹੈ। ਇਹਦੀ ਵੈਲਿਊ ਸਮਝੀ ਨਹੀਂ। ਅੰਦਰ ਅਗਿਆਨਤਾ, ਦੁਰਲਭ ਦੇਖ ਹੋਈ ਅਗਿਆਨੀ, ਉਹਨਾਂ ਨੇ ਇਹਦੀ ਕੀਮਤ ਨਹੀਂ ਸਮਝੀ। ਅੰਦਰ ਲੈਕ ਆਫ ਨੌਲੇਜ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਗੁਰੂ ਦੇ ਉਪਦੇਸ਼ਾਂ ਨੂੰ ਨਹੀਂ ਜਾਣਿਆ। ਉਹਨਾਂ ਨੇ ਧਾਰਮਿਕ ਗ੍ਰੰਥਾਂ 'ਚੋਂ ਰੱਬੀ ਉਪਦੇਸ਼ ਨੂੰ ਨਹੀਂ ਸਮਝਿਆ। ਉਹਨਾਂ ਨੇ ਕੁਦਰਤ ਦੇ ਵਰਤਾਰਿਆਂ ਵਿੱਚੋਂ ਰੱਬ ਦੇ ਸੰਦੇਸ਼, ਰੱਬ ਦੇ ਉਪਦੇਸ਼ਾਂ ਨੂੰ ਨਹੀਂ ਸਮਝਿਆ। ਇਹ ਮਨੁੱਖਾ ਜੀਵਨ ਦੀ ਧਾਰਾ ਗਲਤ ਪਾਸੇ ਲਾ ਲਈ, ਆਪਣੀ ਜੜ ਆਪ ਹੀ ਪੁੱਟ ਲਈ। ਆਖੋ ਵਾਹਿਗੁਰੂ। ਤੇਰੀ ਸ਼ਰਨ ਮੇਰੇ ਦੀਨ ਦਇਆਲਾ। ਹੈ ਵਾਹਿਗੁਰੂ ਜੀ, ਨਿਮਾਣਿਆਂ ਤੇ ਦਇਆ ਕਰਨ ਵਾਲੇ ਦੀਨ ਦਇਆਲੂ ਵਾਹਿਗੁਰੂ ਜੀਓ, ਤੁਹਾਡੀ ਸ਼ਰਨ ਆਇਆ, ਤੁਹਾਨੂੰ ਸਮਰਪਿਤ ਹੋ ਕੇ ਜਿਉਣਾ ਚਾਹੁੰਦਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਤੁਸੀਂ ਸੁੱਖਾਂ ਦੇ ਸਾਗਰ ਹੋ, ਆਨੰਦ ਬਖਸ਼ਦੇ ਹੋ ਵਾਹਿਗੁਰੂ ਜੀ। ਤੁਸੀਂ ਪਾਲਣਾ ਕਰਨ ਵਾਲੇ ਹੋ ਸਭ ਦੀ। ਤੁਸੀਂ ਗੁਰ ਸਰੂਪ ਵੀ ਹੋ। ਤੁਹਾਡੇ ਉਪਦੇਸ਼, ਰੱਬੀ ਉਪਦੇਸ਼ ਗੁਰ ਸਰੂਪ ਹੈ। ਤੁਹਾਡੇ ਹਰ ਵਰਤਾਰੇ ਵਿੱਚੋਂ ਗੁਰ ਮਿਲ ਰਿਹਾ, ਜ਼ਿੰਦਗੀ ਜਿਉਣ ਦਾ ਉਪਦੇਸ਼ ਮਿਲ ਰਿਹਾ। ਤੇ ਤੁਸੀਂ ਸ਼ਬਦ ਸਰੂਪ ਬਣ ਕੇ, ਬਾਣੀ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੈਠੇ ਹੋ। ਆਖੋ ਵਾਹਿਗੁਰੂ। ਗੁਰ ਸਰੂਪ ਬਣ ਕੇ ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸ਼ਰਮ ਅਸਾੜੀ ਜੀਓ। ਤੁਹਾਡੇ ਗੁਣ ਗਾ ਰਹੇ ਹਾਂ, ਤੁਹਾਡੀਆਂ ਵਡਿਆਈਆਂ ਕਰ ਰਹੇ ਹਾਂ ਵਾਹਿਗੁਰੂ ਜੀ। ਤੁਹਾਡੇ ਮਾਰਗ ਤੇ ਤੁਰਨਾ ਚਾਹੁੰਦੇ ਹਾਂ, ਤੁਹਾਡੇ ਗੁਣਾਂ ਵਾਲਾ ਜੀਵਨ ਜਿਉਣਾ ਚਾਹੁੰਦੇ ਹਾਂ ਤੇ ਗੁਣਾਂ ਨਾਲ ਪਰਉਪਕਾਰ ਕਰਨਾ ਚਾਹੁੰਦੇ ਹਾਂ ਵਾਹਿਗੁਰੂ ਜੀ। ਤੁਹਾਡੀ ਯਾਦ ਸਿਮਰਨ ਰਸ ਵਿੱਚ ਜਿਉਣਾ ਚਾਹੁੰਦੇ ਹਾਂ ਵਾਹਿਗੁਰੂ ਜੀ। ਤੁਹਾਡੇ
ਸ਼ੁਕਰਾਨੇ ਦੇ ਰਸ ਵਿੱਚ ਜਿਉਣਾ ਚਾਹੁੰਦੇ ਹਾਂ। ਵਾਹਿਗੁਰੂ ਜੀਓ ਕਿਰਪਾ ਕਰੋ, ਸ਼ਰਮ ਅਸਾੜੀ ਜੀਓ ਸਾਡੀ ਇੱਜ਼ਤ ਰੱਖ ਦਿਓ। ਆਖੋ ਵਾਹਿਗੁਰੂ, ਲਾਜ ਰੱਖ ਦਿਓ। ਸਾਨੂੰ ਇਸ ਮਾਰਗ ਤੇ ਤੁਰਨ ਦਾ ਬਲ ਦੇ ਦਿਓ, ਪਿਆਰ, ਜਜ਼ਬਾ, ਲਗਨ ਦੇ ਦਿਓ। ਵਾਹਿਗੁਰੂ ਜੀ ਅੰਦਰ ਜਨੂਨ ਮਿਲ ਜਾਵੇ, ਜਿਸ ਤਰ੍ਹਾਂ ਦੇ ਵੀ ਹਾਲਾਤ ਆਉਣ ਤੇਰੇ ਮਾਰਗ ਤੇ ਤੁਰਦੇ ਰਹੀਏ, ਤੁਰਦੇ ਰਹੀਏ। ਮਨ ਡੋਲੇ ਨਾ, ਮਨ ਘਬਰਾਵੇ ਨਾ। ਵਾਹਿਗੁਰੂ। ਮਾਝ ਮਹੱਲਾ ਪੰਜਵਾਂ, ਮਾਝ ਰਾਗ ਦਾ 38ਵਾਂ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 31ਵਾਂ ਚੁੱਪ ਦਾ ਅੱਗੋਂ ਸ਼ੁਰੂ ਹੋ ਰਿਹਾ। ਚਰਨ ਠਾਕੁਰ ਕੇ ਹਿਰਦੈ ਸਮਾਣੇ। ਵਾਹਿਗੁਰੂ ਜੀ ਦੇ ਚਰਨ ਗੁਣ ਨੇ, ਹਿਰਦੇ ਵਿੱਚ ਸਮਾਉਣੇ ਦੇ ਅਰਥ ਹੈ ਗੁਣਾਂ ਵਾਲਾ ਜੀਵਨ ਜਿਉਣਾ ਤੇ ਗੁਣਾਂ ਨਾਲ ਪਰਉਪਕਾਰ ਕਰਨਾ। ਜਿਹੜੇ ਇਸ ਤਰ੍ਹਾਂ ਗੁਣਾਂ ਰੂਪੀ ਚਰਨਾਂ ਨੂੰ ਹਿਰਦੇ 'ਚ ਵਸਾ ਕੇ ਗੁਣਾਂ ਵਾਲਾ ਜੀਵਨ ਜਿਉਂਦੇ ਨੇ, ਜਿਹੜੇ ਪਰਉਪਕਾਰ ਕਰਦੇ ਨੇ ਨਾ, ਕਲ ਕਲੇਸ਼ ਸਭ ਦੂਰ ਪਿਆਣੇ। ਉਹ ਕਲ ਕਲੇਸ਼ ਤੋਂ ਉਹਨਾਂ ਨੂੰ ਬਚਾ ਲੈਂਦੇ ਨੇ। ਉਹ ਬਾਹਰ ਵੀ ਕਿਸੇ ਧੜੇਬੰਦੀਆਂ ਦੇ ਪਾਤਰ ਨਹੀਂ ਬਣਦੇ, ਆਪਣੇ ਆਪ ਨੂੰ ਧੜੇਬੰਦੀ 'ਚ ਨਹੀਂ ਉਲਝਾਉਂਦੇ, ਉਹ ਆਪ ਨੂੰ ਕਲਹ ਕਲੇਸ਼ ਦੇ ਵਿੱਚ ਵੈਰ ਵਿਰੋਧ ਵਿੱਚ ਨਹੀਂ ਫਸਾਉਂਦੇ। ਉਹ ਅੰਦਰੋਂ ਵੀ ਵੈਰ ਵਿਰੋਧ ਤੋਂ ਬਚੇ ਹੁੰਦੇ ਨੇ। ਉਹਨਾਂ ਅੰਦਰ ਸ਼ਾਂਤ ਸੁਖ ਸਹਿਜ ਧੁਨੀ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਰੱਬੀ ਉਪਦੇਸ਼ ਦੀ ਧੁਨ, ਗੁਰੂ ਦੇ ਉਪਦੇਸ਼ ਦੀ ਆਵਾਜ਼, ਸ਼ਬਦ, ਗੁਰੂ ਕੀ ਆਵਾਜ਼ ਰਮਜ਼ ਉਹਨਾਂ ਨੂੰ ਹਰ ਪਲ ਅੰਦਰੋਂ ਸੁਚੇਤ ਕਰਦੀ ਹੈ। ਉਹਨਾਂ ਅੰਦਰ ਅਡੋਲਤਾ ਹੁੰਦੀ ਹੈ, ਅੰਦਰ ਆਤਮਿਕ ਸੁਖ ਹੁੰਦਾ ਹੈ, ਮਨ ਸ਼ਾਂਤ ਹੁੰਦਾ ਹੈ। ਉਹ ਆਪਣੇ ਗੁਰੂ ਦੇ ਉਪਦੇਸ਼ਾਂ ਅਨੁਸਾਰ ਚੱਲਦੇ ਨੇ। ਸਾਧੂ ਸੰਗ ਨਿਵਾਸਾ ਜੀਓ, ਗੁਰੂ ਦੇ ਸੰਗ ਉਹਨਾਂ ਦਾ ਨਿਵਾਸ ਹੁੰਦਾ, ਭਾਵ ਉਹ ਗੁਰੂ ਦੇ ਹੁਕਮਾਂ ਨੂੰ ਫੋਲੋ ਕਰਦੇ ਨੇ ਤੇ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਉਂਦੇ ਨੇ। ਲਾਗੀ ਪ੍ਰੀਤ ਨ ਟੁੱਟੈ ਮੂਲੇ, ਉਹਨਾਂ ਦੇ ਅੰਦਰ ਐਸੀ ਗੂੜੀ ਪ੍ਰੀਤ ਹੁੰਦੀ ਹੈ ਜਿਹੜੀ ਟੁੱਟਦੀ ਨਹੀਂ। ਆਖੋ ਆਪਣੇ ਮੂਲ ਤੋਂ ਨਹੀਂ ਟੁੱਟਦੇ, ਬਿਲਕੁਲ ਹੀ ਨਹੀਂ ਟੁੱਟਦੀ ਉਹ ਪ੍ਰੀਤ, ਗੂੜੀ ਪ੍ਰੀਤ ਹੈ। ਹਰ ਅੰਤਰ ਬਾਹਰ ਰਹਿਆ ਭਰ ਪੂਰੇ, ਉਹਨਾਂ ਨੂੰ ਮਹਿਸੂਸ ਹੁੰਦਾ ਵਾਹਿਗੁਰੂ ਜੀ ਹਰ ਥਾਂ ਤੇ ਨੇ, ਹਰ ਵਰਤਾਰੇ ਵਿੱਚ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਝਲਕਾਂ ਨੇ। ਸਿਮਰ 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 ਗੁਣ ਗਾਵਾਂ, ਕਾਟੀ ਜਮ ਕੀ ਫਾਸਾ ਜੀਓ। ਉਹ ਵਾਹਿਗੁਰੂ ਜੀ ਨੂੰ ਯਾਦ ਰੱਖਦੇ ਨੇ, ਯਾਦ ਰੱਖਦੇ ਨੇ, ਯਾਦ ਰੱਖਦੇ ਨੇ। ਮਿੱਠੀ ਮਿੱਠੀ ਯਾਦ ਦੇ ਮਿੱਠੇ ਮਿੱਠੇ ਸਿਮਰਨ ਰਸ ਵਿੱਚ ਜਿਉਂਦੇ ਨੇ। ਗੁਣਾਂ ਨੂੰ ਪ੍ਰੈਕਟੀਕਲ ਜੀਵਨ ਵਿੱਚ ਵਰਤਦੇ ਨੇ, ਗੁਣਾਂ ਵਾਲਾ ਜੀਵਨ ਜਿਉਂਦੇ ਨੇ, ਪਰਉਪਕਾਰ ਲਈ ਗੁਣਾਂ ਨੂੰ ਵਰਤਦੇ ਨੇ ਤੇ ਰੱਬ ਦੇ ਗੁਣਾਂ ਦੀ ਡਿਸਕਸ਼ਨ ਕਰਦੇ ਨੇ, ਵਿਚਾਰ ਚਰਚਾ ਕਰਦੇ ਨੇ। ਇਹ ਤਿੰਨ ਹਿੱਸੇ ਨੇ ਗੁਣ ਗਾਉਣ ਦੇ। ਇੱਕ ਪ੍ਰੈਕਟੀਕਲ ਗੁਣਾਂ ਵਾਲਾ ਜੀਵਨ ਜਿਉਣਾ, ਇੱਕ ਗੁਣਾਂ ਨੂੰ ਪਰਉਪਕਾਰ ਲਈ ਵਰਤਣਾ, ਤੇ ਰੱਬ ਦੇ ਗੁਣਾਂ ਦੀ, ਰੱਬ ਦੇ ਨਿਜ਼ਮ ਦੀ, ਰੱਬ ਦੀਆਂ ਗੁਰੂ ਕੀਆਂ ਵਿਚਾਰਾਂ ਕਰਨੀਆਂ, ਇਹਨੂੰ ਕਹਿੰਦੇ ਨੇ ਗੁਣ ਗਾਉਣਾ। ਉਹਨਾਂ ਦੇ ਅੰਦਰ ਬੁਰੀਆਂ ਆਦਤਾਂ ਦੀ ਫਾਂਸੀ ਕੱਟੀ ਜਾਂਦੀ ਹੈ। ਆਖੋ ਵਾਹਿਗੁਰੂ। ਅੰਮ੍ਰਿਤ ਵਰਖੈ ਅਨਹਦ ਬਾਣੀ, ਮਹਿਸੂਸ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਰੱਬੀ ਆਵਾਜ਼, ਰੱਬੀ ਉਪਦੇਸ਼, ਗੁਰੂ ਦੇ ਉਪਦੇਸ਼ ਹਰ ਵੇਲੇ ਅੰਮ੍ਰਿਤਮਈ ਵਰਖਾ ਹੋ ਰਹੀ ਹੈ। ਉਹਨਾਂ ਦੇ ਅੰਦਰ ਹਰ ਵੇਲੇ ਉਹਨਾਂ ਨੂੰ ਰਹਿਨੁਮਾਈ ਕਰਦੇ ਨੇ, ਬਾਹਰ ਵੀ ਅੰਦਰ ਵੀ। ਹਰ ਵਰਤਾਰੇ ਵਿੱਚੋਂ ਗੁਰੂ ਦਾ ਉਪਦੇਸ਼ ਅਨਹਦ ਨਾਦ ਬਣ ਕੇ, ਗੁਰੂ ਦੀ ਆਵਾਜ਼ ਬਣ ਕੇ ਰਹਿਨੁਮਾਈ ਕਰਦਾ, ਤੂੰ ਕਰਨਾ ਕੀ ਹੈ ਹੁਣ। ਮਨ ਤਨ ਅੰਤਰ ਸ਼ਾਂਤ ਸਮਾਣੀ, ਉਹਨਾਂ ਦੇ ਮਨ ਤੇ ਅੰਤ ਤਨ ਵਿੱਚ ਸ਼ਾਂਤੀ, ਆਨੰਦ ਰਸ ਸਮਾਇਆ ਹੁੰਦਾ ਹੈ। ਤ੍ਰਿਪਤ ਅਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ। ਗੁਰੂ ਦੀ ਆਵਾਜ਼, ਸਤਿਗੁਰ ਸਰੂਪ, ਗੁਰੂ ਦੇ ਉਪਦੇਸ਼ਾਂ ਨੇ ਐਸਾ ਵਿਸ਼ਵਾਸ, ਹੌਸਲਾ ਦਿੱਤਾ ਹੁੰਦਾ ਹੈ। ਉਹ ਅੰਦਰੋਂ ਸਬਰ ਸੰਤੋਖ ਵਿੱਚ ਹੁੰਦੇ ਨੇ, ਸੈਟਿਸਫਾਈਡ ਹੁੰਦੇ ਨੇ, ਕਿਉਂਕਿ ਤੇਰੇ ਜਨ ਬਣ ਜਾਂਦੇ ਨੇ। ਆਖੋ ਵਾਹਿਗੁਰੂ। ਜਿਸ ਕਾ ਸਾਥ ਤਿਸ ਤੇ ਫਲ ਪਾਇਆ, ਇਹ ਫਲ ਵਾਹਿਗੁਰੂ ਜੀ ਦੇ ਕੋਲ ਹੈ ਤੇ ਵਾਹਿਗੁਰੂ ਜੀ ਤੋਂ ਪ੍ਰਾਪਤ ਕਰਦੇ ਨੇ, ਵਾਹਿਗੁਰੂ ਜੀ ਦੇ ਪਿਆਰ ਵਿੱਚ। ਕਰ ਕਿਰਪਾ ਪ੍ਰਭ ਸੰਗ ਮਿਲਾਇਆ, ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਗੁਰਸਿੱਖਾਂ ਦੇ ਅੰਦਰ ਪ੍ਰੀਤ ਬਣਾ ਦਿੰਦੇ ਨੇ ਤੇ ਇਹ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੈ। ਉਹਨੂੰ ਹਾਜ਼ਰ ਨਾਜ਼ਰ ਸਮਝਣਾ, ਉਹਦੇ ਭੈ ਵਿੱਚ ਫੈਸਲੇ ਲੈਣੇ। ਆਵਣ ਜਾਣ ਰਹੇ ਵਡ ਭਾਗੀ,
ਨਾਨਕ ਪੂਰਨ ਆਸਾ ਜੀਓ। ਅੰਦਰ ਗੁਣਾਂ ਵਾਲਾ, ਭਾਵਨਾ, ਲਗਨ, ਜਜ਼ਬੇ ਵਾਲਾ ਚੰਗਾ ਭਾਗ ਸੁਭਾਅ ਵਿੱਚ ਬਣ ਜਾਂਦਾ ਹੈ। ਸੋਚ ਵਿੱਚ ਗੁਰੂ ਦੀ ਸੋਚ ਆ ਜਾਂਦੀ ਹੈ ਤੇ ਉਹ ਭਟਕਣਾ ਵਿੱਚ ਆਵਣ ਜਾਵਣ ਤੋਂ ਉਹਨਾਂ ਦਾ ਮਨ ਬਚ ਜਾਂਦਾ ਹੈ। ਉਹ ਇਸ ਪਾਸੇ ਜਿਉਣਾ ਚਾਹੁੰਦੇ ਸੀ ਤੇ ਉਹਨਾਂ ਦੀ ਆਸ ਪੂਰੀ ਹੋ ਜਾਂਦੀ ਹੈ, ਇੱਛਾ ਪੂਰੀ ਹੁੰਦੀ ਹੈ। ਮਾਝ ਮਹੱਲਾ ਪੰਜਵਾਂ, ਮਾਝ ਰਾਗ ਦੇ ਵਿੱਚ 39ਵਾਂ ਸ਼ਬਦ ਹੈ ਅੱਗੇ, ਔਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 32ਵਾਂ ਸ਼ਬਦ ਆ ਰਿਹਾ ਹੈ। ਮੀਂਹ ਪਿਆ ਪਰਮੇਸ਼ਰ ਪਾਇਆ, ਜੀਅ ਜੰਤ ਸਭ ਸੁਖੀ ਵਸਾਇਆ। ਜਿਵੇਂ ਬਾਰਿਸ਼ ਹੁੰਦੀ ਨਾ, ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਬੱਦਲ ਆਉਂਦੇ ਨੇ, ਕਿ ਵਾਹਿਗੁਰੂ ਜੀ ਨੇ ਬੱਦਲ ਭੇਜੇ ਨੇ, ਉਹਦੇ ਨਿਜ਼ਮ ਵਿੱਚ ਆ ਰਹੇ ਨੇ, ਬਾਰਿਸ਼ ਹੁੰਦੀ ਹੈ, ਸਾਰੇ ਜੀਵ ਜੰਤੂ ਸੁਖੀ ਵਸਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਦੇ ਉਪਦੇਸ਼ਾਂ ਦੀ, ਗੁਰੂ ਦੀਆਂ ਸਿੱਖਿਆਵਾਂ ਦੀ ਬਾਰਿਸ਼ ਮੱਤ ਤੇ ਪੈਂਦੀ ਹੈ, ਉਹਦਾ ਅਸਰ ਸੁਭਾਅ ਤੇ ਪੈਂਦਾ ਹੈ, ਅੰਦਰੋਂ ਸੁਖੀ ਜੀਵਨ ਮਿਲਦਾ ਹੈ, ਅੰਮ੍ਰਿਤਮਈ ਰਸ ਵਾਲਾ ਜੀਵਨ ਮਿਲਦਾ ਹੈ। ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ। ਜਦੋਂ ਵਾਹਿਗੁਰੂ ਜੀ ਦਾ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਪ੍ਰੈਕਟੀਕਲ ਜੀਵਨ ਵਿੱਚ ਸੰਭਾਲ ਲਿਆ, ਜਿਉਂ ਲਿਆ, ਸੁਭਾਅ ਦੇ ਲੈਵਲ ਤੇ, ਸੋਚ ਦੇ ਲੈਵਲ ਤੇ, ਫਿਰ ਕਲੇਸ਼ ਦਾ ਪਾਤਰ ਜੀਵਨ ਨਹੀਂ ਬਣੇਗਾ। ਅੰਦਰ ਕਲਹ ਕਲੇਸ਼ ਚਿੰਤਾ ਤੁਖ ਤੁਖੀ ਨਹੀਂ ਰਹੇਗੀ। ਬਾਹਰ ਕਿਸੇ ਵੈਰ ਵਿਰੋਧ ਵਿੱਚ ਨਹੀਂ ਫਸੇਗਾ। ਦੁਨੀਆ ਤੇ ਵੈਰ ਵਿਰੋਧ ਰਹੇਗਾ, ਪਰ ਗੁਰਮੁਖ ਵੈਰ ਵਿਰੋਧ ਦਾ ਪਾਤਰ ਨਹੀਂ ਬਣੇਗਾ। ਦੁਨੀਆ ਤੇ ਧੜੇਬੰਦੀਆਂ ਰਹਿਣਗੀਆਂ, ਗੁਰੂ ਕਾ ਗੁਰਸਿੱਖ ਧੜੇਬੰਦੀ ਦੇ ਨਾਲ ਕਿਸੇ ਧੜੇ ਵੀ ਨਾਲ ਵੀ ਨਹੀਂ ਖਲੋਏਗਾ। ਜਿਸ ਕੇਸੇ ਤਿਨ ਹੀ ਪ੍ਰਤਪਾਰੇ, ਜਿਸ ਵਾਹਿਗੁਰੂ ਜੀ ਦੇ ਬਣ ਜਾਂਦੇ ਨੇ, ਜਿਸ ਗੁਰੂ ਦੇ ਬਣ ਜਾਂਦੇ ਨੇ, ਗੁਰੂ ਸਾਹਿਬ ਫਿਰ ਉਹਨਾਂ ਦੀ ਪ੍ਰਤਪਾਲਨਾ ਕਰਦੇ ਨੇ, ਵਾਹਿਗੁਰੂ ਜੀ ਪ੍ਰਤਪਾਲਨਾ ਕਰਦੇ ਨੇ। ਪਾਰ ਬ੍ਰਹਮ ਪ੍ਰਭ ਭਏ ਰਖਵਾਰੇ, ਵਾਹਿਗੁਰੂ ਜੀ ਹਮੇਸ਼ਾ ਹੀ ਰੱਖਿਆ ਕਰਨ ਵਾਲੇ ਨੇ। ਜਿਤਨੀ ਸ਼ੁੱਧ ਭਾਵਨਾ ਹੋਏਗੀ ਉਤਨੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਸੁਣ ਬੇਨੰਤੀ ਠਾਕੁਰ ਮੇਰੇ, ਪੂਰਨ ਹੋਈ ਕਾਲੀ ਜੀਓ। ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਪਿਆਰਾਂ ਦੀ ਬੇਨਤੀ, ਅਰਦਾਸ, ਤੜਫ ਸੁਣਦੇ ਨੇ। ਜੋ ਅੰਦਰ ਤੜਫ ਹੁੰਦੀ ਹੈ ਨਾ, ਜੋ ਲਗਨ ਹੁੰਦੀ ਹੈ, ਜੋ ਇੱਛਾ ਹੁੰਦੀ ਹੈ, ਵਾਹਿਗੁਰੂ ਜੀ ਪੂਰੀ ਕਰਦੇ ਨੇ। ਸਰਬ ਜੀਆਂ ਕੋ ਦੇਵਨਹਾਰਾ, ਉਹ ਤੇ ਸਾਰਿਆਂ ਨੂੰ ਬਰਾਬਰ ਦੇਵਣਾ ਚਾਹੁੰਦੇ ਨੇ, ਸਾਰਿਆਂ ਨੂੰ ਵੰਡਦੇ ਨੇ। ਕੁਦਰਤ ਦੇ ਵਰਤਾਰਿਆਂ ਵਿੱਚ ਰੱਬ ਦੇ ਉਪਦੇਸ਼ ਸਾਰਿਆਂ ਵਾਸਤੇ ਨੇ, ਪਰ ਪ੍ਰਾਪਤ ਕੌਣ ਕਰਦਾ ਹੈ? ਗੁਰ ਪ੍ਰਸਾਦੀ ਨਦਰ ਨਿਹਾਰਾ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਭਾਅ ਤੇ ਸੋਚ ਦੇ ਲੈਵਲ ਤੇ ਪ੍ਰੈਕਟੀਕਲ ਜੀਵਨ ਵਿੱਚ ਮੰਨਿਆ, ਉਹਨਾਂ ਤੇ ਰੱਬ ਦੀ ਨਜ਼ਰ ਹੁੰਦੀ ਹੈ, ਬਖਸ਼ਿਸ਼ ਮਿਲਦੀ ਹੈ, ਉਹਨਾਂ ਨੂੰ ਖੁਸ਼ੀ ਮਿਲ ਜਾਂਦੀ ਹੈ। ਜਲ ਥਲ ਮਹੀਅਲ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੀ ਜੀਓ। ਜਲ ਥਲ ਮਹੀਅਲ, ਵਾਹਿਗੁਰੂ ਜੀ ਤਾਂ ਹਰ ਥਾਂ ਤੇ ਨੇ, ਸਭ ਨੂੰ ਤ੍ਰਿਪਤ ਕਰਦੇ ਨੇ, ਸਭ ਨੂੰ ਬਖਸ਼ਿਸ਼ ਦਿੰਦੇ ਨੇ। ਜਿਹੜੇ ਗੁਰੂ ਦੇ ਚਰਨ, ਸਾਧੂ ਚਰਨ, ਗੁਰੂ ਦੇ ਚਰਨ, ਗੁਰੂ ਦੇ ਚਰਨ, ਗੁਰੂ ਦੇ ਸ਼ਬਦ ਉਪਦੇਸ਼ ਪਖਾਲੀ, ਚਰਨਾਂ ਨੂੰ ਧੋਣਾ ਕੀ ਹੈ? ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ, ਆਖੋ ਵਾਹਿਗੁਰੂ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ਾਂ ਨੂੰ ਮੰਨਿਆ, ਉਹਨਾਂ ਨੂੰ ਬਖਸ਼ਿਸ਼ ਮਿਲੀ। ਮਨ ਕੀ ਇੱਛ ਪੁਜਾਵਨਹਾਰਾ, ਪਰ ਬਖਸ਼ਿਸ਼ ਲੈਣ ਦੀ ਅੰਦਰ ਇੱਛਾ ਤਾਂ ਹੋਵੇ, ਗੁਰੂ ਦੇ ਗੁਰਬਾਣੀ ਦੇ ਅਰਥ ਸਮਝਣ ਦੀ ਇੱਛਾ ਹੋਵੇ, ਗੁਰੂ ਦੇ ਉਪਦੇਸ਼ ਜਾਣਨ ਦੀ ਇੱਛਾ ਹੋਵੇ, ਤਾਂ ਵਾਹਿਗੁਰੂ ਜੀ ਇੱਛਾ ਪੂਰੀ ਕਰਦੇ ਨੇ। ਤੇ ਗੁਰੂ ਕਾ ਗੁਰਸਿੱਖ ਸਤਿਗੁਰੂ ਜੀ ਤੋਂ ਬਲਿਹਾਰ ਜਾਂਦਾ ਹੈ, ਵਾਹਿਗੁਰੂ ਜੀ ਤੋਂ ਕੁਰਬਾਨ ਜਾਂਦਾ ਹੈ। ਸਦਾ ਸਦਾ ਜਾਈ ਬਲਿਹਾਰਾ, ਵਾਹਿਗੁਰੂ ਜੀ ਸਦਾ ਤੁਹਾਡੇ ਤੋਂ ਕੁਰਬਾਨ ਜਾਵਾਂ, ਸਤਿਗੁਰੂ ਜੀ ਸਦਾ ਤੁਹਾਡੇ ਤੋਂ ਕੁਰਬਾਨ ਜਾਣਾ। ਗੁਰੂ ਤੋਂ ਕੁਰਬਾਨ ਜਾਣ ਦੇ ਅਰਥ ਹੈ ਗੁਰੂ ਦੇ ਹੁਕਮ ਨੂੰ ਮਨ ਬਚਨ ਕਰਮਾਂ ਕਰਕੇ ਸਤ 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 ਕਰਕੇ ਮੰਨਣਾ। ਨਾਨਕ ਦਾਨ ਕੀਆ ਦੁਖ ਭੰਜਨ, ਰਤੇ ਰੰਗ ਰਸਾਲੀ ਜੀਓ। ਹੇ ਨਾਨਕ ਜੀ, ਵਾਹਿਗੁਰੂ ਜੀ ਨੇ ਬਖਸ਼ਿਸ਼ ਦਾ ਦਾਨ ਦਿੱਤਾ, ਜ਼ਿੰਦਗੀ ਹੀ ਭਜਨ ਬਣਾ ਦਿੱਤੀ, ਜ਼ਿੰਦਗੀ ਹੀ ਭਗਤੀ ਬਣਾ ਦਿੱਤੀ। ਉਹਦੇ ਪਿਆਰ ਵਿੱਚ ਭਿੱਜ ਕੇ ਜ਼ਿੰਦਗੀ ਜਿਉਣ ਦੀ ਯੋਗਤਾ ਗਈ। ਰਤੇ ਰੰਗ ਰਸਾਲੀ ਜੀਓ, ਅੰਦਰੋਂ ਦੁਖੀ ਹੋਣ ਦੀ ਬਿਰਤੀ ਖਤਮ ਹੋ ਗਈ। ਆਖੋ ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ,